भाई पासे हो जाओ, पिछे ढकना पई, हमें ध्यान ना तुरी। हो गया। वाहिगुरू जी का खालसा, वाहिगुरू जी की फतेह। आ साडे पिंड दे विच अज छप्पड़ दे विचों डैड बॉडी मिली आ बच्चे दी। इहदा नाम कालू आ बच्चे दा। अज तो 6 महीने पहला असीं एक वीडियो शेयर की थी, जिस दिखा सीगा भी एक डैन मां ने 3 बच्चे खा ले ते चौथे बच्चे नूं भी मारन लगी सी, चाकू मारे सी उदों ते उदों बचा लिया सी इहनूं, क्योंकि मां बीमार आ दिमागी तौर ते। स्पलिट परसनैलिटी है, जिवें कह रहीए 2 परसनैलिटियां उहदियां। ते अज उस मां ने अपने इस बच्चे नूं मार के इत्थे छप्पड़ दे विच सुੱਟਤਾ। छप्पड़ दे विचों ये बॉडी मिली आ। ये बबीता बहुत बुरा किया तूने भाई, तू एक बार मेरे से बात तो करती, वहां पे लेके आती हैं, क्यों नहीं लेके आई? तू मार का तो दिता? चाकू मारे सी, ਉਹਦੇ खून निकल रहा सारे। क्या मारा सी? ਉਹੀ ਬਬੀਤਾ ਭਾਜੀ, ਤੁਸੀਂ ਜਿਨ੍ਹਾਂ ਨੇ ਪਛਾਣ ਵੀ ਲਿਆ ਹੋਊਗਾ। ਹੁਣ ਤੁਹਾਨੂੰ ਅਸੀਂ ਇਸ ਬੋਡੀ ਨੂੰ ਦਿਖਾ ਨਹੀਂ ਸਕਦੇ, ਫੁੱਲ ਕੇ ਭਰਿਆ ਪਿਆ ਗੱਟੂ 'ਚ ਮਾਰ ਕੇ। ਵੀਡੀਓ ਵੀ ਆਈ ਸਾਹਮਣੇ ਇੱਥੇ CCTV ਦੇ ਵਿੱਚ, ਸਿਰ ਤੇ ਰੱਖ ਕੇ ਗੱਟੂ ਲੈ ਕੇ ਆਈ ਪਿੰਡ 'ਚੋਂ ਤੇ ਸਿਰ ਤੇ ਲਿਆ ਕੇ ਰੱਖ ਕੇ ਇਹ ਛੱਪੜ ਦੇ ਵਿੱਚ ਸੁੱਟ ਗਈ। ਇੱਕ ਮਾਂ ਆਪਣੇ 5 ਸਾਲ ਦਾ ਕਰੀਬ ਪੁੱਤ ਸੀ, ਪਹਿਲਾਂ ਦੇਖੋ ਉਹਨੂੰ ਪਾਲਿਆ, ਪਹਿਲਾਂ ਜਨਮ ਦਿੱਤਾ, ਪਾਲਿਆ, ਹਨਾ 6 ਸਾਲ ਦਾ ਹੋ ਗਏ ਤੇ ਹੁਣ ਆਪ ਹੀ ਉਹਨੂੰ ਮਾਰਤਾ। ਅੱਜ ਬੋਲਣ ਨੂੰ ਕੁਝ ਨਹੀਂ ਬਚਿਆ। ਹਸਨਪੁਰ ਪਿੰਡ ਦੇ ਵਿੱਚ ਇਹ ਵਾਕਿਆ ਹੋਇਆ। ਹਸਨਪੁਰ ਤੇ ਭਨੋੜਾ, ਇਹਨੂੰ ਦੋਨਾਂ ਪਿੰਡਾਂ ਦੀ ਸਾਡੇ ਨਗਰ ਸਾਰੇ ਲੋਕ ਖੜੇ ਨੇ ਇੱਥੇ। ਇਹ ਛੱਪੜ ਆ ਬਹੁਤ ਵੱਡਾ ਪੁਰਾਣਾ। ਪਹਿਲਾਂ ਇਹ ਸਾਡੇ ਪਿੰਡ ਰਹਿੰਦੀ ਸੀਗੀ ਬਬੀਤਾ, ਇਹਦਾ ਨਾਂ। ਇਹਦੇ ਘਰ ਵਾਲਾ ਮਾਲੀ ਆ, ਨਾਲੇ ਸਾਈਕਲਾਂ ਦਾ ਕੰਮ ਕਰਦਾ। ਉਦੋਂ ਵੀ ਸਾਡੇ ਪਿੰਡ ਇਹਨੇ ਆਪਦੇ ਬੱਚੇ ਦੇ ਇਹਦੇ ਚਾਕੂ ਮਾਰੇ ਸੀ ਕਾਲੂ ਦੇ, ਤੇ ਪੈਰ ਤੇ, ਹੱਥ ਤੇ ਮਾਰਿਆ ਸੀ, ਲੱਤ ਤੇ ਮਾਰਿਆ ਸੀ, ਸਿਰ ਤੇ ਵੀ ਮਾਰਿਆ ਸੀ। ਤੇ ਉਦੋਂ ਪਿੰਡ ਵਾਲਿਆਂ ਨੇ ਨਾ ਵੀਰੇ ਹੁਣਾਂ ਨੇ ਇਹਨੂੰ ਕੁੱਟਿਆ ਸੀ ਫੜ ਕੇ। ਤੇ ਮੈਂ ਚਲੋ ਗਿਆ ਉੱਥੇ, ਮੈਂ ਇਹਨਾਂ ਨੂੰ ਛਡਾਇਆ, ਮੈਂ ਕਿਹਾ ਨਹੀਂ ਕੁੱਟੋ ਨਾ, ਵੀ ਇਹ ਦਿਮਾਗੀ ਠੀਕ ਨਹੀਂ ਲੱਗਦੀ। ਜਦੋਂ ਅਸੀਂ ਇਹਦੇ ਨਾਲ ਗੱਲ ਕੀਤੀ, ਇਹਦੇ ਘਰ ਵਾਲੇ ਨਾਲ ਗੱਲ ਕੀਤੀ, ਤਾਂ ਉਦੋਂ ਇਹ ਗੱਲ ਸਾਹਮਣੇ ਆਈ ਸੀ ਵੀ ਇਹਨੇ 3 ਬੱਚੇ ਪਹਿਲਾਂ ਵੀ ਆਪਦੇ ਮਾਰਤੇ, 2 ਬੇਟੇ 1 ਬੇਟੀ, ਜਿਹੜਾ ਸਾਲ 1.5 ਸਾਲ ਦੇ ਸੀਗੇ। ਤੇ 3 ਵਾਰੀ, ਇੱਕ ਵਾਰੀ ਤਾਂ ਯੂਪੀ 'ਚ ਸੀਗੀ। ਇਹਦੇ ਘਰ ਵਾਲਾ ਕਹਿੰਦਾ ਮੈਂ ਕੰਮ ਤੇ ਗਿਆ ਸੀ, ਉਦੋਂ ਬੈਂਡ ਵਜਾਉਂਦਾ ਸੀਗਾ। ਕਹਿੰਦਾ ਜਦੋਂ ਮੈਂ ਘਰੇ ਆਇਆ, ਮੈਨੂੰ ਦੱਸਿਆ ਇਹਨੇ ਵੀ ਬੱਚਾ ਬੋਲਦਾ ਨਹੀਂ। ਕਹਿੰਦਾ ਜਦੋਂ ਮੈਂ ਜਾ ਕੇ ਦੇਖਿਆ ਅੰਦਰ ਮਰਿਆ ਪਿਆ ਸੀ ਮੇਰਾ, ਉਦੋਂ ਬੇਟੀ ਸੀ ਛੋਟੀ ਜੀ, ਕਹਿੰਦਾ 6 ਮਹੀਨਿਆਂ ਦੀ। ਉਸ ਤੋਂ ਬਾਅਦ ਪੰਜਾਬ ਆ ਗਏ। ਇੱਕ ਬੱਚਾ ਇਹਨਾਂ ਦਾ ਬੱਦੋਵਾਲ ਆ ਕੇ ਪੂਰਾ ਹੋਇਆ, ਉਹ ਵੀ ਇਹਨੇ ਗਲ ਘੁੱਟ ਕੇ ਮਾਰਤਾ। ਸਾਲ ਕੁ ਦਾ ਸੀਗਾ ਤੇ ਮਾਰ ਕੇ ਇਹਨੇ ਉਹਦਾ ਵੀ ਗਲ ਘੁੱਟਦਾ ਸੀ। ਉਦੋਂ ਵੀ ਇਹਦੇ ਘਰ ਵਾਲਾ ਜਾ ਕੇ ਦੱਬਿਆ ਆ। ਤੀਜਾ ਬੱਚਾ ਸਾਡੇ ਪਿੰਡ ਇਹ ਦੱਬਣ ਚੱਲੇ ਸੀ। ਇਹ ਬਾਈ ਸਾਡੇ ਸਾਬਕਾ ਸਰਪੰਚ ਸਾਹਿਬ ਦਾ ਬੇਟਾ, 4-5 ਸਾਲ ਪੁਰਾਣੀ ਗੱਲ ਹੈ। ਸਾਬਕਾ ਵੀਰ ਕੀ ਨਾਮ ਤੁਹਾਡਾ ਵੀਰੇ? ਬਲਵੰਤ ਸਿੰਘ ਬਾਈ ਦਾ। ਹਾਂ, ਇਹ ਬਾਈ ਜੀ ਦੇ ਅੱਖੀਂ ਦੇਖਣ ਦੀ ਗੱਲ ਆ। ਜਦੋਂ ਇਹਨੂੰ ਦੱਬਣ ਜਾ ਰਹੇ ਸੀਗੇ ਤਾਂ ਇਹਨੇ ਦੇਖਿਆ ਵੀ ਇਹ ਬੱਚੇ ਨੂੰ ਦੱਬਣ ਜਾ ਰਿਹਾ, ਕੀ ਗੱਲ ਹੋਈ। ਤਾਂ ਇਹਨੇ ਮਾਲੀ ਨੂੰ ਪੁੱਛਿਆ ਤੇ ਮਾਲੀ ਨੇ ਵੀ ਗੱਲ ਦੱਬਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਵੀ ਚੱਲ ਕੋਈ ਨਾ ਜੀ, ਕੁਛ ਨਹੀਂ ਹੋਇਆ, ਬਿਮਾਰ ਥਾ। ਪਰ ਬਾਅਦ 'ਚ ਪਤਾ ਲੱਗਿਆ ਇਹਦੀ ਘਰ ਵਾਲੀ ਨੇ ਗਲ ਘੁੱਟ ਕੇ ਮਾਰਤਾ ਸੀ ਬੱਚਾ। ਉਹਦੀ ਬਿਮਾਰੀ ਸੀਗੀ, ਦਿਮਾਗੀ ਅਪਸੈਟ ਸੀਗੀ। ਇਹ 3 ਬੱਚਿਆਂ ਬਾਰੇ ਉਦੋਂ ਇਹ ਮੰਨੀ ਸੀ ਸਾਡੇ ਕੋਲੇ ਬਬੀਤਾ, ਹਨਾ, ਵੀ ਮੈਂ 3 ਬੱਚੇ ਆਪਣੇ ਮਾਰਤੇ। ਫਿਰ ਉਸ ਤੋਂ ਬਾਅਦ ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ, ਇਹਦਾ ਇਲਾਜ ਚੱਲਿਆ। ਇਹਨੂੰ ਇੱਥੇ ਹਸਪੀਟਲ ਦਾਖਲ ਰੱਖਿਆ, ਦੀਪਕ ਹਸਪੀਟਲ CMC 'ਚ। ਉੱਥੇ ਇਹਦਾ ਇਲਾਜ ਚੱਲਣ ਤੋਂ ਬਾਅਦ ਡਾਕਟਰਾਂ ਨੇ ਜਿਹੜੀ ਗੱਲ ਕਲੀਅਰ ਕੀਤੀ ਸੀ ਵੀ ਇਹਨੂੰ ਬਿਮਾਰੀ ਹੈ ਇੱਕ ਡਬਲ ਪਰਸਨੈਲਿਟੀ ਦੀ, ਸਪਲਿਟ ਪਰਸਨੈਲਿਟੀ ਦੀ, ਵੀ ਜਿਹਦੇ ਵਿੱਚ ਇਹਨੂੰ ਪਤਾ ਨਹੀਂ ਲੱਗਦਾ ਵੀ ਜਦੋਂ ਆਪਣੇ ਬੱਚੇ ਨੂੰ ਰੋਂਦਾ ਦੇਖਦੀ ਆ ਤੇ ਇਹਦਾ ਮਤਲਬ ਜਿਵੇਂ ਕਹਿ ਦਈਏ ਖੂਨ ਖੋਲਣ ਲੱਗ ਜਾਂਦਾ, ਤੇ ਬੱਚੇ ਨੂੰ ਇਹ ਹੋਰ ਮਾਰਦੀ ਆ, ਹੋਰ ਰੋਂਦਾ, ਹੋਰ ਚੀਕਦਾ, ਇਹਨੂੰ ਹੋਰ ਗੁੱਸਾ ਚੜ੍ਹਦਾ। ਤਾਂ ਫਿਰ ਇਹ ਅਖੀਰ ਨੂੰ ਉਹਨੂੰ ਚੁੱਪ ਕਰਾਉਣ ਰੱਖਿਆ ਤੇ ਘਰ ਵਾਲੇ ਨੂੰ ਬੜਾ ਸਮਝਾਇਆ ਸੀ ਵੀ ਤੂੰ ਹੁਣ ਖਿਆਲ ਰੱਖ ਇਹਦਾ। ਤੇ ਇਹ ਸਾਡੇ ਕੋਲ 2-2.5 ਮਹੀਨੇ ਰਹੇ। ਉਸ ਤੋਂ ਬਾਅਦ ਬਿਨਾਂ ਦੱਸੇ ਤੋਂ ਸਾਡੇ ਕੋਲ ਉੱਥੋਂ ਆ ਗਏ। ਅਸੀਂ ਫਿਰ ਇਹਦੇ ਘਰੇ ਆਏ ਮਗਰ ਵੀ ਇਹਨੂੰ ਹਜੇ ਉੱਥੇ ਰੱਖਣ ਦੀ ਲੋੜ ਨਹੀਂ। ਦਵਾਈ ਖਾਧੀ, ਉਸ ਤੋਂ ਬਾਅਦ ਫਿਰ ਦਵਾਈ ਵੀ ਬੰਦ ਕਰਤੀ। ਉਸ ਤੋਂ ਬਾਅਦ ਇਹ ਪਿੰਡ ਛੱਡ ਕੇ ਸਾਡਾ ਚਲੇ ਗਏ। ਹੁਣ
ਅੱਜ ਸਵੇਰੇ ਪਤਾ ਲੱਗ ਗਿਆ ਸਾਨੂੰ ਵੀ ਹੁਣ ਤਾਂ ਜੀ ਉਹ ਯਾਨੀ ਕਿ ਅੱਜ ਇਹ ਗੱਟੂ ਦੇ ਵਿੱਚ ਉਹ ਕਾਲੂ ਮਾਰ ਕੇ ਇੱਥੇ ਛੱਪੜ ਦੇ ਵਿੱਚ ਸੁੱਟਤਾ। ਉਸ ਟਾਈਮ ਜਦੋਂ ਇਹ ਠੀਕ ਹੋ ਗਈ ਸੀਗੀ, ਇਹਦੀ ਦਵਾਈ ਚੱਲਣੀ ਸੀ, ਡਾਕਟਰਾਂ ਨੇ ਕਿਹਾ ਸੀ ਇਹਦੀ ਦਵਾਈ ਨਹੀਂ ਬੰਦ ਹੋਣੀ ਚਾਹੀਦੀ। ਤਾਂ ਫਿਰ ਇਹ ਮਾਲੀ ਨੂੰ ਕਈ ਵਾਰ ਸੁਨੇਹੇ ਲਾਉਣ ਤੋਂ ਬਾਅਦ ਦਵਾਈ ਲੈਣ ਵੀ ਨਹੀਂ ਆਏ, ਪਿੰਡ ਛੱਡ ਕੇ ਚਲੇ ਗਏ, ਇੱਥੇ ਭਨੋੜਾ ਪਿੰਡ 'ਚ ਰਹਿਣ ਲੱਗ ਗਏ। ਤੇ ਅੱਜ ਆਹ ਹਾਦਸਾ ਹੋ ਗਿਆ। ਭਨੋੜਾ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀ ਵੀ ਕੀ ਗੱਲ ਆ, ਕੀ ਬਾਤ ਆ। ਜੇ ਉਹਨਾਂ ਨੂੰ ਵੀ ਪਤਾ ਹੁੰਦਾ ਸ਼ਾਇਦ ਉਹ ਵੀ ਖਿਆਲ ਰੱਖਦੇ। ਜਿਹੜੇ ਪਿੰਡ 'ਚ ਸਾਡੇ ਘਰ 'ਚ ਰਹਿੰਦੀ ਸੀ ਉਹ ਖਿਆਲ ਰੱਖਦੇ ਸੀ, ਆਂਢ ਗੁਆਂਢ ਦੇ ਲੋਕ ਸਾਰੇ ਖਿਆਲ ਰੱਖਦੇ ਸੀ। ਜਦੋਂ ਮਾੜਾ ਜਿਹਾ ਬੱਚੇ ਨੂੰ ਰੋਂਦਾ ਦੇਖਦੇ ਸੀ, ਜਦ ਹੀ ਕੋਈ ਨਾ ਕੋਈ ਚਲੇ ਜਾਂਦਾ ਸੀ। ਪਰ ਜਦੋਂ ਦਾਇਰੇ 'ਚੋਂ ਹੀ ਬਾਹਰ ਚਲੇ ਗਈ, ਇਹਦੇ ਘਰ ਵਾਲੇ ਨੂੰ ਮੈਂ ਕਈ ਵਾਰ ਸੁਨੇਹੇ ਲਾਏ। ਉਹ ਮਾਲੀ ਉੱਥੇ ਹੁਣ ਬਿਆਨ ਦੇ ਰਿਹਾ ਬਈ ਮਾਲੀ ਧਿਆਨ ਰੱਖ ਆਪਣੀ ਪਤਨੀ ਦਾ, ਵੀ ਇਹਦਾ ਇਲਾਜ ਚੱਲਣਾ ਚਾਹੀਦਾ, ਦਵਾਈ ਨਾ ਬੰਦ ਕਰ। ਪਰ ਉਹ ਦਵਾਈ ਬੰਦ ਕਰਨੇ ਅੱਜ ਉਸ ਡੈਨ ਮਾਂ ਨੇ ਆਪਣਾ ਚੌਥਾ ਬੱਚਾ ਵੀ ਮਾਰਤਾ। 3 ਪਹਿਲਾਂ ਮਾਰਤੇ ਸੀ ਤੇ ਚੌਥਾ ਬੱਚਾ ਅੱਜ ਇੱਥੋਂ ਬਰਾਮਦ ਹੋਇਆ ਗੱਟੂ ਦੇ ਵਿੱਚ। ਜਦੋਂ ਇਹ ਗੱਲ ਪਤਾ ਲੱਗੀ ਸੀ, ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਆਇਆ ਸੀ ਸਾਨੂੰ ਵੀ ਇਹ ਮਾਰਤਾ ਹੋਏ ਨੇ। ਪਹਿਲਾਂ ਤਾਂ ਐਂ ਲੱਗਦਾ ਸੀਗਾ ਵੀ ਚਲੋ, ਜਿਵੇਂ ਅੱਜ ਸਵੇਰੇ ਸਾਡੇ ਸਾਹਮਣੇ ਗੱਲ ਆਈ ਵੀ ਪਿੰਡ 'ਚ ਕੋਈ ਮੋਟਰਸਾਈਕਲ ਤੇ ਲਈ ਜਾਂਦਾ ਸੀ ਹਨਾ, ਮੋਟਰਸਾਈਕਲ ਦੇ ਵਿਚਾਲੇ ਬਿਠਾਇਆ ਵੀ ਕਿਸੇ ਨੂੰ ਵੇਚਤਾ ਜਾਂ ਕਿਸੇ ਨੂੰ ਦੇਤਾ ਹਨਾ। ਪਹਿਲਾਂ ਤਾਂ ਸਾਨੂੰ ਐਂ ਸੀ, ਅੱਜ ਸਵੇਰੇ ਪਤਾ ਲੱਗਿਆ ਕਿਸੇ ਵੀਰ ਨੇ ਦੇਖਿਆ, ਕਹਿੰਦੇ ਮੋਟਰਸਾਈਕਲ ਦੇ ਮਗਰ ਵਿਚਾਲੇ ਬਿਠਾਈ ਲਈ ਜਾਂਦੇ ਸੀ, ਇਹ ਕੋਲੇ ਖੜੀ ਸੀ ਉਹਨਾਂ ਦੇ, ਵੀ ਕਿਸੇ ਨੂੰ ਇਹਨੇ ਵੇਚਤਾ ਜਾਂ ਦੇਤਾ। ਪਰ ਸ਼ਾਮ ਹੁੰਦੇ ਹੁੰਦੇ ਤਾਂ ਅੱਜ ਇਹ ਥਾਣੇ ਪੁਲਿਸ ਇਹਨਾਂ ਨੇ ਲੋਕਾਂ ਨੇ ਇਹਨੂੰ ਫੜ ਲਿਆ, ਕੁੱਟਿਆ ਇੱਥੇ ਪਿੰਡ 'ਚ। ਜਦ ਨੂੰ ਅਸੀਂ ਆਏ, ਜਦ ਨੂੰ ਪਤਾ ਲੱਗਿਆ ਵੀ ਥਾਣੇ ਲੈ ਗਏ ਉਹਨੂੰ। ਥਾਣੇ ਜਾ ਕੇ ਫਿਰ ਪੁਲਿਸ ਮੁਲਾਜ਼ਮਾਂ ਨੇ ਜਦੋਂ ਇਹਦੇ ਨਾਲ ਗੱਲ ਕੀਤੀ ਤਾਂ ਇਹ ਸਾਰੀ ਗੱਲ ਇਹਨੇ ਮੰਨ ਲਈ ਵੀ ਮੈਂ ਗਲ ਘੁੱਟ ਕੇ ਉਦੋਂ ਬਾਅਦ ਗੱਟੂ 'ਚ ਪਾ ਕੇ ਛੱਪੜ ਸੁੱਟਤਾ। ਫਿਰ ਸੀਸੀਟੀਵੀ ਕੈਮਰਾ ਪਿੰਡ ਦੇ ਵਿੱਚ ਚੈੱਕ ਕੀਤੇ ਤਾਂ ਫੋਟੋ ਵੀ ਆ ਗਈ, ਉਹਦੇ 'ਚ ਸਿਰ ਦੇ ਉੱਤੇ ਆ ਰੰਗ ਬਿਰੰਗਾ ਗੱਟੂ ਰੱਖ ਕੇ ਲਈ ਆਉਂਦੀ ਸੀ। ਤੇ ਹੁਣ ਜਦੋਂ ਇੱਥੇ ਖੜੇ ਸੀ, JCB ਮੰਗਾਈ ਤਾਂ ਵਿਚਾਲੇ ਸੈਂਟਰ ਦੇ ਵਿੱਚ ਇੱਕ ਰੰਗ ਬਿਰੰਗਾ ਗੱਟੂ ਤੈਰਦਾ ਦਿਖਿਆ। ਤਾਂ ਜਦੋਂ ਇਹ ਗੱਟੂ ਨੂੰ ਉਧਰਲੇ ਪਾਸੇ ਦੀ ਜਾ ਕੇ ਖਿੱਚ ਕੇ ਬਾਹਰ ਕੱਢਿਆ ਤਾਂ ਉਹੀ ਕਾਲੂ ਜਿਹੜਾ ਅੱਜ ਤੋਂ 5-6 ਮਹੀਨੇ ਪਹਿਲਾਂ ਬਚਾ ਲਿਆ ਗਿਆ ਸੀ, ਅੱਜ ਉਹ ਪੂਰਾ ਹੋ ਗਿਆ। ਕਿਉਂਕਿ ਜਦੋਂ ਮਾਂ ਮਾਰਨ ਤੇ ਆ ਜਾਵੇ ਫਿਰ ਉਹਨੂੰ ਬਚਾ ਨਹੀਂ ਸਕਦਾ। ਜਦੋਂ ਖੇਤ ਦੀ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਉਹਨੂੰ ਕੋਈ ਉਹਦਾ ਰਾਖਾ ਨਹੀਂ, ਕੋਈ ਬਚਾ ਨਹੀਂ ਸਕਦਾ। ਤੇ ਸੇਮ ਇਹ ਕਹਾਣੀ ਅੱਜ ਸਾਡੇ ਨਗਰ ਦੇ ਵਿੱਚ ਪਿੰਡ ਹਸਨਪੁਰ ਬੀਤੀ ਆ ਵੀ ਮਾਂ ਨੇ ਆਪਣੇ ਪੁੱਤ ਨੂੰ ਮਾਰਤਾ। ਇਸ ਤੋਂ ਪਹਿਲਾਂ ਵੀ 2 ਪੁੱਤ ਤੇ 1 ਧੀ ਇਸੇ ਤਰ੍ਹਾਂ ਹੀ ਇਹ ਮਾਰ ਚੁੱਕੀ ਸੀਗੀ। ਅੱਜ ਬੜਾ ਦੇਖ ਵੀ ਨਹੀਂ ਹੋ ਰਿਹਾ, ਕਾਲੂ ਦੀ ਬੋਡੀ ਇੰਨੀ ਫੁੱਲੀ ਪਈ ਆ, ਇੰਨਾ ਫੁੱਲਿਆ ਪਿਆ। ਇਸ ਮਾਂ ਨੇ ਪਤਾ ਨਹੀਂ ਇਹ ਕਿਵੇਂ ਅੰਜਾਮ ਦਿੱਤਾ ਹੋਊ ਆਪਣੇ ਪੁੱਤ ਨੂੰ। ਬੰਦ ਕਰ ਦੇ ਬਾਈ, ਬੰਦ ਕਰ ਦੇ ਬਾਈ, ਉਧਰ ਹੋ ਜਾਓ ਬਾਈ ਬਣ ਕੇ ਬਾਈ, 2 ਮਿੰਟ ਉਧਰ ਹੋ ਜਾਓ ਬਾਈ। ਪੁਲਿਸ ਮੁਲਾਜ਼ਮਾਂ ਨੂੰ ਮਾੜੀ ਕਾਰਵਾਈ ਕਰ ਲੈਣ ਦਿਓ ਆਪਦੀ। ਬਹੁਤ ਸਾਰੇ ਮਰੀਜ਼ਾਂ ਦੇ ਕੀੜੇ ਕੱਢੀ ਦੇ ਆ, ਬਹੁਤ ਵੱਡੇ ਵੱਡੇ ਜ਼ਖਮ ਦੇਖੀ ਦੇ ਆ, ਬੜੀ ਗੰਦੀ ਸਮੈਲ ਆਉਂਦੀ ਹੁੰਦੀ ਆ। ਪਰ ਜਿੰਨੀ ਸਮੈਲ ਕਾਲੂ ਦੇ ਵਿੱਚੋਂ ਆ ਰਹੀ ਐ ਇਸ ਟਾਈਮ, ਇੰਨੀ ਗੰਦੀ ਸਮੈਲ ਨਹੀਂ ਕਿਸੇ ਦੀ। ਨਹੀਂ ਬਾਈ, ਇਹ ਗੱਲ ਨਹੀਂ ਕਰਨੀ ਕੋਈ ਵੀ ਆਪਾਂ ਕਿਸੇ ਨੇ ਬਾਈ। ਕੋਈ ਨਹੀਂ ਬਾਈ, ਇਹਦਾ ਕਾਨੂੰਨ ਕਰੂਗਾ, ਇਹਦਾ ਹੱਲ ਹੈਗਾ। ਆਪਾਂ ਇਹੋ ਜਿਹੀ ਕੋਈ ਗੱਲ ਨਹੀਂ ਕਰਨੀ, ਇਹਨੂੰ ਮਾਰਨਾ ਹੱਲ ਨਹੀਂ। ਆਪਾਂ ਸਿਆਣਪ ਨਾਲ ਗੱਲ ਕਰੋ। ਦੇਖੋ ਆਪਾਂ ਸਾਰੇ ਜ਼ਿੰਮੇਵਾਰ ਬੰਦੇ ਆ।
ਇਹਦੀ ਜੋ ਕਾਨੂੰਨੀ ਕਾਰਵਾਈ ਬਣਦੀ ਆ ਇਹਨੂੰ ਮੈਂਟਲ ਹਸਪੀਟਲ ਦੇ ਵਿੱਚ ਹਾਂ ਗਲਵਜ਼ ਦਿਓ ਆ ਗਲਵਜ਼ ਦੇ ਬਿੱਟੀ ਰੋਏ ਬਾਈ ਪਿੱਛੇ ਹੋ ਜਾਓ ਉਹ ਗਲਵਜ਼ ਦੇ ਆ ਜੇਬ ਚੋਂ ਕੱਢੀ ਹੱਥ ਸਾਫ ਆ ਤੇਰੇ ਕਿਹਦੇ ਹੱਥ ਸਾਫ ਆ ਮੇਰੀ ਜੇਬ ਚੋਂ ਕੱਢ ਲੈ ਗਲਵਜ਼ ਆ ਬਾਈ ਨੂੰ ਦੇ ਦੇ ਕੀ ਨਾਮ ਹੈ ਸਤਪਾਲ ਇਧਰ ਆ ਤੁਸੀਂ ਆ ਦੇ ਦੇ ਉਹ ਤਾਂ ਪਰੋਟੇ ਤੋਂ ਪਰੇ ਤੱਕ ਜਾਣਾ ਚਾਹੀਦੇ ਨੇ ਹੋਊਗਾ ਦੇ ਆ ਕੋਈ ਇੱਥੇ ਖੜਾ ਨਹੀਂ ਹੋਣਾ ਭੇਜਦੇ ਸਾਰੇ ਹੈਗਾ ਨਹੀਂ ਭਾਈ ਹੈ ਨਹੀਂ ਉਹ ਧੀਰੂ ਓਏ ਲੈਣ ਗਿਆ ਗੱਡੀ ਚ ਲੈਣ ਗਿਆ ਆਲਾ ਨਹੀਂ ਲੈਣਾ ਆ ਦੇ ਦੇ ਆ ਲੈ ਪਹਿਲਾਂ ਤਾਂ ਸਾਰੇ ਪਰੇ ਕਰੋ ਮੈਂ 5 ਬੰਦੇ ਚਾਹੀਦੇ ਸਤਿ ਸ਼੍ਰੀ ਅਕਾਲ ਬਾਈ ਲਾਈਵ ਹੋ ਗਿਆ ਤੁਹਾਡਾ ਹਾਂਜੀ ਨਹੀਂ ਚੱਲ ਰਿਹਾ ਤੁਸੀਂ ਦੱਸੋ ਕੋਈ ਨਾ ਇੱਕ ਬਾਈਟ ਲੈਣੀ ਇਹ ਨਾ ਵੀਰੇ ਅੱਜ ਤੋਂ 6 ਮਹੀਨੇ ਪਹਿਲਾਂ ਜਿਹੜਾ ਮੈਡੀਸਨ ਇਹਦਾ ਮਤਲਬ ਇਲਾਜ ਹਾਂਜੀ ਵੀਰੇ ਅੱਜ ਤੋਂ ਨਾ ਗੁਰਪ੍ਰੀਤ ਜੀ ਇਹ ਜਿਹੜੀ ਔਰਤ ਆ ਜਿਸ ਨੇ ਘਟਨਾ ਨੂੰ ਅੰਜਾਮ ਦਿੱਤਾ ਇਹ ਤੁਹਾਡੇ ਕਿੱਥੇ ਗਈ ਆਪਣੇ ਬਿਲਕੁਲ ਵੀਰ ਜੀ ਇਹ ਸਾਡੇ ਪਿੰਡ 'ਚ ਕਿਰਾਏ ਤੇ ਰਹਿੰਦੀ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹਨੂੰ ਨਾ ਪਿੰਡ ਵਾਲਿਆਂ ਨੇ ਕੁੱਟਿਆ ਮੈਨੂੰ ਪਤਾ ਲੱਗਿਆ ਵੀ ਕਿਸੇ ਨੇ ਦੱਸਿਆ ਵੀ ਉੱਥੇ ਲੇਡੀ ਆ ਇੱਕ ਉਹਨੇ ਆਪਦੇ ਬੱਚੇ ਨੂੰ ਮਾਰਿਆ ਅਸੀਂ ਇੱਥੇ ਪਹੁੰਚੇ ਤਾਂ ਬੱਚੇ ਦੇ ਸਿਰ ਤੇ ਛੋਟੇ ਛੋਟੇ ਟੱਕ ਲੱਗੇ ਨੇ ਇਹ ਘਰ ਵਾਲਾ ਮੇਰੇ ਮਾਲੀ ਤੇ ਇਹਦੇ ਬੱਚੇ ਦੇ ਹੱਥ ਦੇ ਵਿੱਚ ਵੀ ਚਾਕੂ ਨਿਕਲਿਆ ਹੋਇਆ ਸੀ ਇੱਕ ਹੱਥ ਇਹਦੇ ਘਰ ਵਾਲੇ ਨੂੰ ਅਸੀਂ ਨਾਲ ਲੈ ਕੇ ਉਹਨੂੰ ਹਸਪੀਟਲ ਲੈ ਕੇ ਉੱਥੇ ਦਾਖਲ ਕਰਾਇਆ ਡਿਟੈਕਟ ਹੋਇਆ ਵੀ ਇਹਦੀ ਸਬਲੈਟ ਪਰਸਨੈਲਿਟੀ ਆ ਵੀ ਇਹਨੂੰ ਇੱਕ ਬਿਮਾਰੀ ਆ ਡਿਜ਼ੀਜ਼ ਆ ਜਿਹਦੇ ਵਿੱਚ ਇਹਨੂੰ ਪਤਾ ਨਹੀਂ ਲੱਗਦਾ ਬੱਚਾ ਰੋਂਦਾ ਸੀ ਉਹਦਾ ਗੁੱਸਾ ਕਰਦਾ ਸੀ ਗੱਡੀ ਚ ਪਾ ਕੇ ਸੈਂਟਰ ਗੱਡੀ ਵਿੱਚ ਕਰਦਾ ਦੇ ਇੱਥੇ ਹੋਰ ਛੱਪੜ ਟੁੱਟਦਾ ਡੈਟਮੈਂਟ ਛੱਪੜ ਚੋਂ ਅਸੀਂ ਇਹ ਡੈਟਮੈਂਟ ਸਾਈਡ ਤੇ ਕਰੋ ਨੱਕ ਤੱਕ ਤੇਰੋ ਕਿੱਥੇ ਆ ਵੀਰੇ ਤੂੰ ਆਪਣੇ ਗੱਡੀ ਦੇ ਪਿੱਛੇ ਪਏ ਆ ਮੈਂ ਹਾਕ ਮਾਰੀ ਸੀ ਭੱਜ ਕੇ ਜਾ ਕੀ ਕਰੀ ਜਾਂਦੇ ਪਲੀਜ਼ ਅਜੇ ਮੈਂ ਕੋਈ ਕੰਮ ਨਾ ਕਰ ਇੱਧਰ ਹੋ ਜਾ ਕਮਾਰੀ ਜਾ ਇੱਧਰ ਆ ਮੇਰੇ ਕੋਲ ਇੱਧਰ ਨਾ ਸੋ ਭਾਈ ਜੀ ਪਲੀਜ਼ ਥੋੜਾ ਪਿੱਛੇ ਹੋ ਜਾਓ ਉਹ ਯਾਰ ਕਿਸੇ ਨੂੰ ਫੋਨ ਹੀ ਲਾ ਦੇ ਜੇ ਗੱਡੀ 'ਚ ਹੁੰਦੇ ਉਹਨੇ ਤਾਂ ਲੈ ਆਉਣੇ ਸੀ ਉਹਨੂੰ ਗੱਡੀ 'ਚ ਹੈ ਨਹੀਂ ਜਿਵੇਂ ਪਹਿਲਾਂ ਆਹੋ ਉਹਨੇ ਕਹਿਤਾ ਮਨਾ ਕਰਤਾ ਲੈਣ ਹੀ ਜਾ ਰਿਹਾ ਉਹਨੇ ਮਨਾ ਕਰਤਾ ਸੀ ਲੱਗਿਆ ਹੀ ਨਹੀਂ ਇੱਥੇ ਖੜਾ ਓਏ ਹੈ ਹੀ ਨਹੀਂ ਗੱਡੀ 'ਚ ਗੱਡੀ ਨੇ ਕਿਹਾ ਸੀ ਉਹ ਕਹਿੰਦਾ ਮੈਂ ਘਰੋਂ ਲੈ ਕੇ ਆਉਂਦਾ ਉਹ ਗਿਆ ਸੀ ਮੁੜ ਤੇ ਹੁਣ ਕਿਸੇ ਨੂੰ ਕਹਿ ਦੇ ਉੱਥੋਂ ਲੈ ਆਊ ਕੋਈ ਜਾਂ ਘਰਾਂ 'ਚੋਂ ਕਿਸੇ ਤੋਂ ਮੰਗਾ ਲਓ ਤੂੰ ਜਾ ਛੱਡ ਦੇ ਜਾਇਆ ਬਾਈ ਤੂੰ ਜਾਇਆ
क्या नाम था बच्चे का? ऐसा ही करता है। एक तो बंदे की और कर रही है ना, एक तो बंदे की और कर रही है। ਗਿੱਕੇ ਗਿੱਕੇ ਉਰੇ ਆਈ। ਹਾਂ ਹਾਂ 1 ਮਿੰਟ ਆ ਜਾ ਚੱਲੇ ਜੀ। ਫੋਨ ਦੇ ਜਾ ਮੇਰਾ ਭਾਈ। ਗਿੱਕੇ ਗਿੱਕੇ ਭਾਈ ਸੈਨੀਟਾਈਜ਼ ਕਰ ਰਹੀ मेरी करा ली। मैंने कितना समझाया था, उन्हें बेटा दुकान का काम नहीं छोड़ा था, पर कोई बात नहीं, अब थोड़ा हौसला रखो। निगाह रख ध्यान रख यार, ये तो मन्ने नहीं है। रख के जिन्होंने बन गया ऊपर दे देंगे पानी जे कट दो, पानी जे कट दो करके करके पानी कट दो, मेरे गड्डी कोई जाऊगा नहीं गई देर मारने चाहिए कर दो ऑलरेडी कर दो हमारे देखिए देखिए दाढ़ी थले थले लिया जी ਮੈਨੂੰ ਇਹਦੇ ਫਾਦਰ ਨੂੰ ਰੱਖ ਲਓ ਕੋਲੇ।
ਚੱਲ ਹਾਂਜੀ ਆ ਬੈਠਾ ਮੁਲਾਜ਼ਮ ਬੈਠੋ ਕੋਈ ਨਹੀਂ ਰੁਕ ਜਾਓ ਆ ਫੋਟੋ ਖਿੱਚੇ ਪਾ ਦਿਓ ਉੱਪਰ ਯਾਰ ਸਾਰੇ ਉੱਤੇ ਉੱਪਰ ਪਾ ਦਿਓ ਯਾਰ ਇੱਧਰ ਆਓ ਤੁਸੀਂ ਇੱਧਰ ਆਓ ਪੁਲਿਸ ਨੂੰ ਕਾਰਵਾਈ ਕਰ ਲੈਣ ਦਿਓ ਜੀ ਅਸੀਂ ਹੁਣ ਕਾਲੂ ਦੇ ਉਸ ਸਫ਼ਰ 'ਚ ਸ਼ਾਮਲ ਹੋ ਰਹੇ ਹਾਂ ਜਿਹੜੇ 'ਚ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਅਸੀਂ ਸੋਚ ਵੀ ਨਹੀਂ ਸਕਦੇ ਸੀਗੇ ਵੀ ਇੱਕ ਦਿਨ ਕਾਲੂ ਇਸ ਤਰ੍ਹਾਂ ਜਾਊਗਾ ਜੇ ਜਾਣਾ ਹੀ ਸੀ ਅੱਜ ਤੋਂ 6 ਮਹੀਨੇ ਪਹਿਲਾਂ 6 ਮਹੀਨੇ ਹੋ ਗਏ ਬਾਈ ਹਨਾ 6 ਮਹੀਨੇ ਪਹਿਲਾਂ ਉਦੋਂ ਜਾ ਸਕਦਾ ਸੀ ਉਦੋਂ ਇਹ ਭੈਣ ਤੁਸੀਂ ਆਂਢ ਗੁਆਂਢ ਹੀ ਰਹਿੰਦੇ ਸੀ ਹਨਾ ਇਹਨਾਂ ਦੇ ਹੀ ਸਾਰੇ ਬਣਾ ਦੇ ਇਹਨਾਂ ਦੇ ਸਾਰੇ ਉਸ ਟਾਈਮ ਵੀ ਇਹੀ ਹਾਲਾਤਾਂ ਦੇ ਵਿੱਚ ਉਹ ਕਾਲੂ ਨੂੰ ਕੱਢ ਕੇ ਲੈ ਗਏ ਸੀ ਪਰ ਦੁਬਾਰਾ ਕਾਲੂ ਦਾ ਉਹਨਾਂ ਹਾਲਾਤਾਂ ਦੇ ਵਿੱਚ ਆਉਣਾ ਹੁਣ ਅਸੀਂ ਇੱਕ ਲੈਵਲ ਤੱਕ ਕਰ ਸਕਦੇ ਹਾਂ ਮਦਦ ਜਿੰਨੀ ਹੈ ਨਾ ਮਤਲਬ ਸਾਨੂੰ ਜਿੰਨੀ ਕੁ ਮਹਾਰਾਜ ਨੇ ਤਾਕਤ ਬਖਸ਼ੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਪਰ ਜਦੋਂ ਉਹਦੇ ਘਰ ਵਾਲਾ ਵੀ ਨਹੀਂ ਐਗਰੀ ਹੋਇਆ ਉਹ ਵੀ ਕਹਿਣ ਲੱਗ ਗਿਆ ਵੀ ਨਹੀਂ ਇਲਾਜ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਦੁਕਾਨ ਖੋਲ੍ਹਣੀ ਆ ਕਿੰਨੀ ਵਾਰ ਕੋਸ਼ਿਸ਼ ਕੀਤੀ ਫਿਰ ਅਖੀਰ ਪਿੰਡ ਹੀ ਛੱਡਤਾ ਜਦੋਂ ਉਹਨਾਂ ਨੇ ਫਿਰ ਬੰਦਾ ਕੀ ਮਦਦ ਕਰੇ ਤੇ ਅੱਜ ਉਹ ਵੀ ਪਛਤਾ ਰਿਹਾ ਉਹ ਵੀ ਰੋ ਰਿਹਾ ਜਿਹਦੇ 6 ਬੱਚੇ ਹੋਏ ਹੁਣ ਤੱਕ 6 ਬੱਚੇ 5 ਬੱਚੇ ਪਹਿਲਾਂ ਖਾ ਲਏ ਨੇ 6ਵਾਂ ਬੱਚਾ ਅੱਜ ਹੁਣ ਜਿਹੜੇ 2 ਬੱਚੇ ਮਿਸਕੈਰੇਜ ਹੋਏ ਸੀਗੇ ਜਿੰਨੀ ਕੁ ਮੈਂ ਬਬੀਤਾ ਨਾਲ ਗੱਲ ਕੀਤੀ ਸੀ ਉਸ ਟਾਈਮ ਤਾਂ ਬਬੀਤਾ ਨੇ ਇਹ ਗੱਲ ਦੱਸੀ ਸੀ ਵੀ ਉਸ ਟਾਈਮ ਵੀ ਮੈਨੂੰ ਜਦੋਂ ਪੇਟ 'ਚ ਤਕਲੀਫ ਹੁੰਦੀ ਸੀ ਮੈਨੂੰ ਐਂ ਲੱਗਦਾ ਸੀ ਮੇਰੇ ਅੰਦਰ ਕੁਝ ਹੈਗਾ ਤੇ ਮੈਂ ਉਹਨੂੰ ਵੀ ਖਤਮ ਕਰਨਾ ਚਾਹੁੰਦੀ ਸੀ ਆਪਣੇ ਆਪ ਇਹਦਾ ਪੁੱਠੇ ਗਲਾਸ ਕਰਕੇ ਉਹ ਕਹਿੰਦੀ ਮੈਂ ਢਿੱਡ 'ਚ ਮਾਰੇ ਸੀ ਉਹਨੂੰ ਇਹਨੇ ਕਿਹਾ ਉਹਦੇ ਪੇਟ ਦੇ ਵਿੱਚ ਵੀ ਉਹਨੇ ਆਪਣੀ ਔਲਾਦ ਨੂੰ ਖਤਮ ਕਰਿਆ ਤਾਂ ਫਿਰ ਅੱਜ ਚੌਥਾ ਬੱਚਾ ਜਿਹੜਾ ਇਸ ਦੁਨੀਆ ਤੇ ਆ ਗਿਆ ਸੀ ਉਹ ਵੀ ਖਤਮ ਕਰ ਦਿੱਤਾ ਪਰ ਇਸ ਗੱਲ ਦਾ ਸਾਨੂੰ ਇਸ ਅਫਸੋਸ ਹੋ ਰਿਹਾ ਵੀ ਅਸੀਂ ਚਾਹ ਕੇ ਵੀ ਕੁਝ ਕਰ ਨਹੀਂ ਸਕੇ ਅਸੀਂ ਇੱਕ ਵਾਰੀ ਬਚਾਉਣ ਦੇ ਬਾਵਜੂਦ ਵੀ ਉਹਦੀ ਜ਼ਿੰਦਗੀ ਨੂੰ ਬਚਾ ਨਹੀਂ ਸਕੇ ਦੂਸਰੀ ਵਾਰ ਉਸ ਟਾਈਮ ਦੀਆਂ ਤਸਵੀਰਾਂ ਕਾਲੂ ਦੀਆਂ ਕੱਢੋਗੇ ਬਈ ਜਦੋਂ ਸਾਨੂੰ ਉਸ ਟਾਈਮ ਕਾਲੂ ਮਿਲਿਆ ਸੀ ਕਾਲੂ ਦੇ ਸਿਰ ਦੇ ਵਿੱਚ ਨਿਸ਼ਾਨ ਸੀ ਸੱਟਾਂ ਦੇ ਚਾਕੂ ਲੱਗੇ ਸੀ WhatsApp ਵਾਲਾ ਫੋਨ ਤੇ ਪੈਰਾਂ ਤੇ ਸਾਰੇ ਪਾਸੇ ਉਸ ਟਾਈਮ ਚਾਕੂ ਲੱਗੇ ਹੋਏ ਸੀ ਕਾਲੂ ਦੇ ਪਰ ਅੱਜ डेट पता करा लो उसको बबीता की डेट दसी बबीता कदों आई थी हेलो
ਲੱਗ ਗਿਆ ਪਤਾ ਨਹੀਂ ਲੱਭ ਰਿਹਾ ਬਬੀਤਾ ਦੀ ਡੇਟ ਦੱਸੀ ਬਬੀਤਾ ਦੀ ਡੇਟ ਦੱਸੀ ਬਬੀਤਾ ਦੀ ਹਾਂ ਤੇ ਉਹਦੀ ਫੋਟੋ ਮਾੜਾ ਭੇਜ ਦੇ ਜਦੋਂ ਉਹਨੂੰ ਕੱਲ ਉਹਨੂੰ ਮਾਰਿਆ ਕੀਤਾ ਤੱਕ ਮਾਰੇ ਸੀ ਲੱਗੀ ਜ਼ਬਰਦਸਤ ਕਰੀ ਹਾਂ ਜਦੋਂ ਚੱਕ ਚੁੱਕ ਲੈ ਕੇ ਆਏ ਸਫਾਈ ਦੇ ਕਿਦਾਂ ਪਤਾ ਲਾਈਵ 'ਚ ਕਹਿਣਾ ਪਿਆ ਹਾਂ ਜਲਦੀ ਲੱਭੇ ਦੇਖ ਮੜਾ ਉੱਤੇ ਫੋਨ ਕਰ ਦੋ ਮਾੜਾ ਵਿਨੋਦ ਨੂੰ ਕਰ ਭੇਜ ਦੂੰਗਾ ਲੈ ਜੀ ਬਾਈ ਜੀ ਲੈ ਮੈਨੂੰ ਜਲਦੀ ਭੇਜ ਭਾਈ ਕਿਸੇ ਹੋਰ ਫੋਨ ਤੋਂ ਲਾ ਲਾ ਆਵਾਜ਼ ਆਈ ਨਹੀਂ ਚੱਲੀ ਜਾਂਦਾ ਵਿਨੋਦ ਕਰੀ ਕਰ ਚੈੱਕ ਕਰਕੇ ਭੇਜ ਦੇ ਬਾਈ ਜੀ ਨੂੰ ਦੁਬਾਰਾ ਗੱਲ ਦੀ ਪੁਲਿਸ ਨੂੰ ਦੇਣੀ ਹੈਲੋ ਸਾਰਾ ਨਹੀਂ ਲੱਗਿਆ ਹੈਗਾ ਲੱਭਣ ਸਾਰਿਆਂ ਨੂੰ ਲਾ ਦੇ ਵੈਸੀ ਵਾਲਾ ਨਾਲ ਦੀ ਮੈਂ ਕਿੱਥੇ ਬਣਦੀ ਯਾਰ ਨਾ ਇਹ ਨਾ ਗੱਲ ਬਣਨਾ ਤੂੰ ਦੇ ਤਵੈਨ ਵਿੱਚ ਦੇਖ ਲਵੇ ਵੱਡੇ ਚ ਤੇ ਉਹ ਕਹਿੰਦਾ ਮੈਂ ਵੱਡੇ ਫੌਜ ਦੇਖ ਰਿਹਾ ਹਾਂ ਲੱਭਣਾ ਹਾਂ ਤੂੰ ਵੀਡੀਓ ਇਹ ਆਈਫੋਨ ਦਾ ਸ਼ੂਟ ਹੋ ਜਾਂਦਾ ਵਧੀਆ ਤੇ ਆ ਮਾਈਕ ਐਕਸਟਰਾ ਰੱਖਣਾ ਪੈਂਦਾ ਆ ਵੀਰ ਜੀ ਕੀ ਹੈ ਪਿੱਛੇ ਇਹ ਮੈਂ ਕੀ ਆ ਵੀਰੇ ਆਹ ਜਿਹੜਾ ਆ ਇਹ ਮੈਂ ਕੀ ਹੈ ਵੀ ਤੁਹਾਡੀ ਵੌਇਸ ਨੂੰ ਲਿਮਿਟ ਚ ਕਰਨੀ ਹੈ ਨਾ ਘੱਟ ਵੱਧ ਹੁੰਦੀ ਇਹ ਜਦੋਂ ਤੁਸੀਂ ਕਿਸੇ ਦਾ ਇੰਟਰਵਿਊ ਲੈਂਦੇ ਹੋ ਤੁਸੀਂ ਤਾਂ ਚੱਲ ਵੀ ਮੰਨਿਆ ਵੀ ਬੋਲਦੇ ਨੇ ਉਹ ਦੂਸਰੇ ਦੀ ਆਵਾਜ਼ ਤੁਹਾਡੀ ਆਵਾਜ਼ ਕਿਵੇਂ ਪਹੁੰਚਦੀ ਹੈ ਸਾਡੇ ਨਹੀਂ ਵੀਰੇ ਉਹ ਬਾਈ ਦੇ ਲੱਗਿਆ ਹੋਇਆ ਮਾਈਕ ਹਾਂਜੀ। ਆ ਅੱਛਾ। ਉਹ ਆਵਾਜ਼ ਫਿਰ ਇਹ 'ਚ ਆਉਂਦੀ ਆ ਉਹ 'ਚ ਲੱਗਿਆ ਹੋਇਆ ਕਈ ਵਾਰ ਵੀਰੇ ਦਿਲ ਕਰਦਾ ਨਾ ਸ਼ੂਟ ਕਰਨ ਦਾ ਕੋਈ ਨਾ ਗਲਤ ਗੱਲ ਹੁੰਦੀ ਆ ਦੇਖ ਲਈਦੀ ਆ ਤੇ ਉਹ ਤੁਹਾਨੂੰ ਆਪਾਂ WhatsApp ਕਰਦੇ ਕਰੀਏ ਸੈਂਡ ਕਰਦੇ ਕਰੀਏ ਕੋਈ ਨਾ ਬੰਦਾ ਕੋਈ ਗਲਤ ਕਰਦਾ ਨਾ ਤਾਂ ਨਹੀਂ ਆਊਗਾ ਨਹੀਂ ਬਾਕੀ ਤੁਹਾਨੂੰ ਨੰਬਰ ਦੇ ਦੇ ਵੀਰੇ ਆਪਦਾ ਕਾਰਡ ਦਿੰਦਾ ਕਾਰਡ ਦੇ ਮੈਂ ਕਈਆਂ ਨੂੰ ਦੇ ਦੇਣਾ ਸ਼ੇਅਰ ਕਰਦੇ ਹਾਂ ਇਹ ਸਭ ਭੇਜਦੇ ਹਾਂ ਮੇਰਾ ਬਸ ਨਾਂ ਨਹੀਂ ਆਉਣਾ ਚਾਹੀਦਾ ਕੋਈ ਚੱਕਰ ਹੀ ਨਹੀਂ ਠੀਕ ਹੈ ਨਾ ਇਲਾਕਾ ਦਾ ਕਰ ਦਿਆਂਗੇ ਸਾਫ ਸਿੱਧੀ ਗੱਲ ਹੈ ਵੀਰੇ ਆਪਣੀ ਵੀ ਡਿਊਟੀ ਹੈ ਜੇ ਆਪਾਂ ਕਿਸੇ ਨੂੰ ਦੇਖ ਕੇ ਉਹਦੀ ਰਾਹ ਨਹੀਂ ਦੇਵਾਂਗੇ
ਇਹ ਆਪਣੀ ਵੀ ਗਲਤੀ ਆ। ਨਹੀਂ ਆਪਾਂ ਜ਼ਿੰਮੇਵਾਰ ਆ, ਜਿੰਨੇ ਜ਼ਿੰਮੇਵਾਰ। ਅੱਛਾ ਆ ਇੱਕ ਲੈ ਵੀਰੇ, ਇੱਕ ਜੂਸ ਆ ਜੂਗਾ ਫਿਰ ਬਾਅਦ। ਮੈਂ ਉਦੋਂ ਆਇਆ ਵੀ ਸੀ ਇੱਥੇ ਨਾ ਇੱਕ ਲੇਡੀ ਸੀਗੀ, ਉਹ ਵਿਚਾਰੀ ਕਹਿੰਦੀ ਮੈਨੂੰ ਅੰਦਰ ਛੱਡ ਗਿਆ, ਉਹਦਾ ਕੈਂਪ ਕੁੰਪ ਲੱਗਿਆ ਹੋਣਾ, ਉਹ ਵਿਚਾਰੀ ਤੋਂ ਤੁਰ ਨਹੀਂ ਹੁੰਦਾ ਸੀ, ਉਹ ਉੱਥੋਂ ਕੋ ਮੈਨੂੰ ਮਿਲੀ। ਇਹਨੂੰ ਕੋਈ ਹਾਂ ਮੈਂ ਸ਼ੇਪ ਕਰਾਉਣੀ ਸੀ, ਮੈਂ ਨਹੀਂ ਲੱਭਦਾ ਫਿਰਦਾ ਸੀ, ਮੰਗਲਵਾਰ ਦਾ ਦਿਨ ਸੀਗਾ। ਮੈਂ ਕਿਹਾ ਚੱਲ ਰੱਬ ਨੇ ਕਿਹਾ ਵਾ ਵੀ ਤੈਨੂੰ ਵੀ ਉਹ ਤਾਂ ਲੱਭਦਾ ਨਹੀਂ, ਵੀ ਤੂੰ ਪਹਿਲਾਂ ਇਹਨੂੰ ਛੱਡ ਕੇ ਆ ਫਿਰ ਸ਼ੇਪ ਕਰਾਈ। ਪਹਿਲਾਂ ਮੈਂ ਮਾਤਾ ਨੂੰ ਛੱਡ ਕੇ ਆਇਆ। ਹਾਂ ਬੋਡੀ ਆ ਹੈ ਵੀਰੇ, ਆ ਵੀ ਬੋਡੀ ਬੋਡੀ ਆ ਵੱਡਾ ਤੋਂ ਬੋਡੀ ਆਏ ਬਹੁਤ ਮਾੜਾ ਗੱਲ। ਆਪਣਾ ਨਾਮ ਕੀ ਹੈ? ਮੇਰਾ ਅਰਮਾਨ ਆ ਵੀਰੇ। ਅਰਮਾਨ। ਅਰਮਾਨ ਮੇਰਾ ਅਰਮਾਨ ਹਾਂ ਬਾਈ। ਉੱਥੇ ਸੇਵਾ ਸੁਵਾ ਕਰਨੀ ਹੈ ਬੰਦਾ ਆ ਸਕਦਾ। ਹਾਂ ਕੋਈ ਚੱਕਰ ਹੀ ਨਹੀਂ ਬਾਈ। ਮੈਂ ਕਿਹਾ ਵੀ ਪਹਿਲਾਂ ਆ ਮੁੰਡਾ ਹੁੰਦਾ ਉੱਥੇ ਜਿੱਤਾ ਮੂਰੇ ਰਾਸਤੇ ਤੇ ਜਿਹੜਾ ਆਹ ਅੱਗੇ ਪਿੱਛੇ ਇਹਦਾ ਨਾਮ ਕੀ ਹੈ? ਦਿੱਤਾ ਦਿੱਤਾ। ਕਿਉਂਕਿ ਯਾਰ ਵੀਰੇ ਵਿਹਲੇ ਆ, ਹੁਣ ਨੌਕਰੀ ਤੇ ਜੋਬ ਤੋਂ ਬੜੇ ਆ, ਮੈਂ ਸੇਵਾ ਹੀ ਕਰਦੀ ਸੀ ਤਾਂ ਮੈਂ ਪੋਸਟ ਗ੍ਰੈਜੂਏਟ ਹਾਂ, ਪੜ੍ਹੇ ਲਿਖੇ। ਮੇਰੀ ਇੰਗਲਿਸ਼ ਬਹੁਤ ਵਧੀਆ ਵਾ, ਹਾਈ ਆ। ਕੋਈ ਗੱਲ ਨਹੀਂ ਬਾਈ, ਆਇਆ ਕਰੋ ਤੇ ਕਰਾਂਗੇ। ਜੀ ਵੀਰ ਜੀ, ਮੈਂ ਕਿਹਾ ਆਇਆ ਕਰ ਬਾਈ। ਰਮਾਨ ਕਿਹੜੀ ਜਗ੍ਹਾ ਤੇ? ਲੁਧਿਆਣਾ। ਹਾਂ ਵੀਰੇ। ਪਿੱਛੇ ਸਰਨੇਮ ਵਗੈਰਾ? ਬਾਈ ਰਮਾਨਦੀਪ ਸਿੰਘ ਆ ਮੇਰਾ ਨਾਮ। ਬਹੁਤ ਜ਼ਿਆਦਾ ਮਾੜਾ ਕੰਮ ਹੈ। ਆਪਾਂ ਇੰਦੇ ਦੇ ਖਤਮ ਕਰ ਦਈਏ, ਬੰਦ ਕਰ ਦਈਏ। ਉਹਨਾਂ ਨਾਲ ਹੀ ਕੰਟਰੋਲ ਦੱਸ ਕੀ ਆਉਦੇ ਵੀਰੇ ਆ ਦੇ। ਕਿੰਨਾ ਸੋਹਣਾ ਹੁੰਦਾ ਸੀ ਕਾਲੂ ਜੀ। ਹੋਰ ਜੀ ਮੈਂ ਤਾਂ ਦੇਖਿਆ ਕਿੰਨਾ ਸੋਹਣਾ ਸੀ ਮੁੰਡਾ ਜੀ। ਤੇ ਅੱਜ ਉਹ ਕਾਲੂ ਨੂੰ ਸਦਾ ਦੀ ਨੀਂਦ ਸਵਾਤਾ ਉਹਦੀ ਮਾਂ ਨੇ। ਆ ਦੇਖੋ ਉਸ ਟਾਈਮ ਦੀਆਂ ਤਸਵੀਰਾਂ ਜੀ, ਜਦੋਂ ਅਸੀਂ ਉਦੋਂ ਰੈਸਕਿਊ ਕੀਤਾ ਸੀ ਕਾਲੂ ਨੂੰ। 31 ਦਸੰਬਰ ਦੀਆਂ ਇਹ ਤਸਵੀਰਾਂ 2021, ਯਾਨੀ ਕਿ ਨਵਾਂ ਸਾਲ ਚੜ੍ਹਿਆ ਸੀ। ਕਿੱਥੇ ਰਹਿੰਦੀ ਸੀ ਉਸ ਟਾਈਮ ਜਦੋਂ ਅਸੀਂ ਪਹੁੰਚੇ ਸੀਗੇ ਜੀ, ਇਹ ਮਾਲੀ ਦੀ ਦੁਕਾਨ ਤੇ, ਇਹਦੀ ਕਰਿਆਨੇ ਦੀ ਦੁਕਾਨ ਆ ਸਾਈਕਲਾਂ ਦੀ। ਮਾਲੀ ਇਹਨੂੰ ਸਾਈਕਲਾਂ ਦੀ ਦੁਕਾਨ ਤੇ ਬੈਠਾ ਸੀ, ਕਹਿੰਦਾ ਵੀ ਮੇਰੀ ਆ ਦੇਖੋ ਆਰੇ ਬੁਰਾ ਭਰੋੜ ਤੋਂ ਖੜਾ ਉਹਦੇ। ਅੱਜ ਪਿਓ ਪੁੱਤ ਨੇ ਦੋਨੇ। ਉਦੋਂ ਕਾਲੂ ਦੇ ਏਦਾਂ ਸੱਟਾਂ ਲੱਗੀਆਂ ਸੀ, ਮੂੰਹ ਸਾਰਾ ਭੰਨਿਆ ਪਿਆ ਸੀ ਮਾਰ ਮਾਰ ਕੇ ਨੇ। ਸਿਰ 'ਚ ਕਿੰਨੇ ਟੱਕ ਲੱਗੇ ਹੋਏ ਸੀ ਛੋਟੇ ਛੋਟੇ। ਆ ਦੇਖੋ ਇਹਨੂੰ ਨਹੀਂ ਪਤਾ ਹੋਣਾ ਜੀ, ਇੰਨਾ ਕੁੱਟਦੀ ਸੀਗੀ। ਆ ਖੜੀ ਆਪ ਵੀ ਬਬੀਤਾ। ਪਰ ਅੱਜ ਅਖੀਰ ਉਸ ਬੱਚੇ ਨੂੰ ਇਹਨੇ ਖਤਮ ਕਰ ਹੀ ਦਿੱਤਾ, ਜਿਹੜਾ ਬੱਚੇ ਨੂੰ ਕਿੰਨੇ ਟਾਈਮ ਤੋਂ ਤੇ ਮਾਰਨਾ ਚਾਹੁੰਦੀ ਸੀਗੀ। ਅੱਜ ਬਬੀਤਾ ਨੇ ਉਸ ਕਾਲੂ ਨੂੰ, ਆਪਣੇ ਨੂੰ, ਜਿਹਨੂੰ 9 ਮਹੀਨੇ ਪਹਿਲਾਂ ਪੇਟ 'ਚ ਰੱਖਿਆ ਵੀ, मेरा फ्लश मारती है मेरा
ਮੈਂ ਤੁਹਾਨੂੰ ਭੇਜਤੀਆਂ ਵੀਰੇ ਫੋਟੋਆਂ ਆਪਣੇ ਚਲੇ ਗਏ। ਹਾਂ ਹਾਂ ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਹੋਰ ਠੀਕ ਆ ਵੀਰੇ? ਉਧਰ ਮਾਰ ਦੋ ਲਾਈਟ, ਉਹਨਾਂ ਨੂੰ ਕਾਗਜ਼ ਪੱਤਰੀ ਕਰ ਰਿਹਾ ਕੰਮ। ਚਲਿਏ ਜੀ, ਠੀਕ ਹੈ ਬਾਈ, ਉੱਥੇ ਨਹੀਂ ਠੀਕ ਹੈ, ਕੋਈ ਨਾ ਕੋਈ ਨਾ ਕੋਈ ਨਾ ਦੇਖ ਲੈ। ਸਾਡੇ ਪਿੰਡੋਂ ਜੀ ਸਰਪੰਚ ਸਾਹਿਬ ਦੀ ਲੋੜ, ਸਰਪੰਚ ਸਾਹਿਬ ਦੀ ਲੋੜ, ਠੀਕ ਆ, ਮੋੜ ਲਓ ਮੋੜ ਲਓ। ਉਹਦੇ ਚ ਹੀ ਆ ਵੀਰੇ, ਗੱਟੂ ਚ ਹੀ ਆ ਹੁਣ ਉਹਦੀ। ਇੱਥੇ ਆ ਕੇ ਧੀਰੂ ਰੁਕ ਜਾ ਤੂੰ, ਅਮੀ ਤੂੰ ਆ ਜਾ, ਚਲੀਏ ਜੀ। ਯਾਨੀ ਕਿ ਜੇ ਲੋਕਾਂ ਦੇ ਹਵਾਲੇ ਇਹ ਆ ਜਾਂਦੀ ਹੱਥ ਕਿਤੇ, ਲੋਕਾਂ ਨੇ ਇਹਨੂੰ ਮਾਰ ਦੇਣਾ ਸੀ, ਇਹਨੂੰ ਕੁੱਟ-ਕੁੱਟ ਕੇ ਹੀ। ਲੋਕ ਇੰਨੇ ਤੰਗ ਸੀਗੇ, ਇੰਨੇ ਦੁਖੀ ਸੀ ਇਹ ਤੋਂ। ਹੁਣ ਵੀ ਲੋਕ ਇਹ ਕਹਿੰਦੇ ਸੀ ਵੀ ਇਹ ਤੋਂ ਰੱਖ ਕੇ ਕੀ ਕਰਨਾ, ਕੱਲ ਨੂੰ ਕਿਸੇ ਹੋਰ ਦੇ ਬੱਚੇ ਨੂੰ ਮਾਰੂਗੀ। ਇਹਨੂੰ ਸਟੋਰੀ ਸਾਹਮਣੇ ਆਈ ਸੀ ਅੱਜ ਤੋਂ 6 ਮਹੀਨੇ ਪਹਿਲਾਂ ਬਬੀਤਾ ਦੀ। ਹੁਣ ਇੱਕ NGO ਕੀ ਕਰ ਸਕਦਾ ਸੀ, ਇਹਨੂੰ 3 ਮਹੀਨੇ ਆਪਣੇ ਕੋਲੇ ਰੱਖਿਆ। ਫਿਰ ਜਦੋਂ ਉਹਦਾ ਪਤੀ ਇਹ ਗੱਲ ਤੋਂ ਮੁਨਕਰ ਹੋ ਗਿਆ, ਅਸੀਂ ਕਿਵੇਂ ਰੱਖ ਸਕਦੇ ਸੀ? ਤੇ ਜੇ ਕੋਈ ਸਰਕਾਰੀ ਇਦਾਂ ਦਾ ਸਿਸਟਮ ਹੁੰਦਾ ਵੀ ਘੱਟੋ ਘੱਟ ਆਪਾਂ ਉੱਥੇ ਹੀ ਇਹਨੂੰ ਦਾਖਲ ਕਰਾ ਦਿੰਦੇ ਹੈ ਨਾ, ਜਾਂ ਕੋਈ ਇਦਾਂ ਦਾ ਕੋਈ ਸਾਡੇ ਸਾਹਮਣੇ ਵੀ ਵਿਕਲਪ ਹੁੰਦਾ ਕੋਈ, ਪਰ ਹੈ ਹੀ ਨਹੀਂ ਸੀ ਕੋਈ। ਪਰ ਅੱਜ ਇਸ ਛੱਪੜ ਦੇ ਵਿੱਚੋਂ ਮਿਲਿਆ ਕਾਲੂ। ਉਹ ਜਿੰਨੇ ਵੀ ਭੈਣ ਭਰਾ ਜੁੜੇ ਹੋਏ ਇਸ ਵੀਡੀਓ ਦੇ ਨਾਲ, ਸ਼ੇਅਰ ਵੀ ਕਰਿਓ, ਅਰਦਾਸ ਕਰਿਓ ਇਸ ਬੱਚੇ ਵਾਸਤੇ, ਵਾਹਿਗੁਰੂ ਇਹਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ ਜੀ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੋਈ ਗੱਲ ਨਹੀਂ ਬਾਈ, ਸਾਡੇ ਨਾਲ ਬਹੁਤ ਪਿਆਰ ਆ ਯਾਰ। ਟੋਫੀ ਲੈ ਕੇ ਜਾਣਾ ਸਵੇਰ ਨੂੰ ਸਕੂਲ ਨੂੰ ਚਾਚੂ। ਬਹੁਤ ਵਧੀਆ। ਅੱਛਾ ਤੂੰ ਨਹੀਂ ਜਾਂਦਾ ਸੀ? ਹਾਂਜੀ ਲਿਆ, ਮੇਰੀ ਦੁਕਾਨ ਆ ਜੀ ਮੋਟਰਸਾਈਕਲਾਂ ਦੀ ਕੋਲੇ। ਬੱਚਾ ਹੈ, ਮੈਂ ਕਿਹਾ ਦੁੱਧ ਬਲਾ ਬਲਾ ਲੂੰ ਕੱਢਦਾ। ਮੈਂ ਕਿਹਾ ਮੇਰਾ ਪੁੱਤ ਮੈਨੂੰ ਤਾਂ ਰਹਿੰਦੇ ਬਹੁਤ ਖੁਸ਼ੀ। ਮਾਲੀ ਨੂੰ ਪੁੱਛ ਲਓ ਅੰਦਰ ਬੈਠਾ। ਚਲੋ ਜੀ ਚਲੋ, ਇਹਦੇ ਬੰਦੇ ਜਨਾਨੀ ਨੂੰ ਫਾਂਸੀ ਦਵਾਇਆ। ਠੀਕ ਹੈ ਠੀਕ ਹੈ ਜੀ, ਲਾਓ। ਅਮੀਰ ਕੱਢ ਗੱਡੀ ਕਿੱਥੇ ਆ?